ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਕਿਰਪਾ ਹੀ ਆਪ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ। 10ਵੀਂ ਅਸ਼ਟਪਦੀ ਦੀ ਕਥਾ ਵਿਚਾਰ ਆਪ ਸਰਵਣ ਕਰੇ ਹੋ। 7ਵੀਂ ਪੌੜੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਆਓ ਅੱਜ ਸਤਿਗੁਰੂ ਜੀ 10ਵੀਂ ਅਸ਼ਟਪਦੀ ਦੀ 8ਵੀਂ ਪੌੜੀ ਭਾਵ ਕਿ ਅਖੀਰਲੀ ਪੌੜੀ ਦੇ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ, ਸਰਵਣ ਕਰੀਏ ਜੀ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪਰਗਾਸ। ਕਈ ਕੋਟ ਪਾਰ ਬ੍ਰਹਮ ਕੇ ਦਾਸ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਕਈ ਕੋਟ ਪਾਰ ਬ੍ਰਹਮ ਕੇ ਦਾਸ। ਕਰੋੜਾਂ ਹੀ ਜੀਵ, ਕਰੋੜਾਂ ਹੀ ਮਨੁੱਖ ਪਰਮੇਸ਼ਰ ਕਾਲ ਪੁਰਖ ਪਾਰ ਬ੍ਰਹਮ ਕੇ ਦਾਸ ਕੀ ਭਾਵ ਸੇਵਕ ਹਨ, ਜਿਹੜੇ ਉਸ ਪਰਮੇਸ਼ਰ ਕਾਲ ਪੁਰਖ ਦਾ ਨਾਮ ਜਪਦੇ ਹਨ, ਸੇਵਾ ਕਰਦੇ ਹਨ, ਲੰਗਰਾਂ ਦੇ ਵਿੱਚ ਸੇਵਾ ਕਰਦੇ ਹਨ, ਜੋੜੇ ਝਾੜਨ ਦੀ ਸੇਵਾ ਕਰਦੇ ਹਨ। ਜਿਵੇਂ ਸਤਿਗੁਰਾਂ ਦੇ ਵਜ਼ੀਰ ਗ੍ਰੰਥੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦੇ ਹਨ। ਹੋਰ ਪ੍ਰਾਣੀ ਆ ਕੇ ਚੌਰ ਸਾਹਿਬ ਦੀ ਸੇਵਾ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਕਈ ਕੋਟ, ਕਰੋੜਾਂ ਹੀ ਐਸੇ ਹਨ ਜਿਹੜੇ ਪਾਰ ਬ੍ਰਹਮ ਦੇ ਦਾਸ ਹਨ, ਭਾਵ ਸੇਵਕ ਹਨ। ਪਰ ਹੁਣ ਸਾਡੇ ਵਾਸਤੇ ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਸਤਿਗੁਰੂ ਫਰਮਾਉਂਦੇ ਹਨ ਪੋਥੀ ਪਰਮੇਸ਼ਰ ਕਾ ਥਾਨ। ਸੋ ਜਿਹੜਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦਾ ਹੈ, ਸੇਵਾ ਕਰਦਾ ਹੈ, ਸੰਗਤਾਂ ਦੀ ਸੇਵਾ ਕਰਦਾ ਹੈ, ਦਰਬਾਰ ਦੇ ਵਿੱਚ ਆ ਕੇ ਜੇ ਕਿਤੇ ਚਾਦਰਾਂ ਇਕੱਠੀਆਂ ਹੋਈਆਂ ਹੋਣ, ਉਹਨਾਂ ਨੂੰ ਸਿੱਧੀਆਂ ਕਰਨ ਦੀ ਸੇਵਾ, ਇਸੇ ਤਰੀਕੇ ਨਾਲ ਦਰਬਾਰ ਦੇ ਵਿੱਚ ਹੋਰ ਬੇਅੰਤ ਸੇਵਾਵਾਂ ਮਿਲਦੀਆਂ ਹਨ। ਸਤਿਗੁਰ ਕਹਿੰਦੇ ਹਨ ਕਿ ਜੇ ਇਹ ਸੇਵਾ ਸਾਨੂੰ ਕੀਤੀਆਂ ਜਾਣ, ਉਸ ਪਰਮੇਸ਼ਰ ਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਕੇ ਤੇ ਉਸ ਪਾਰ ਬ੍ਰਹਮ ਕਾਲ ਪੁਰਖ ਨੂੰ ਵੀ ਅਰਾਧਿਆ ਜਾਵੇ, ਤੇ ਇਸ ਤਰ੍ਹਾਂ ਦੇ ਕਰੋੜਾਂ ਹੀ ਜੀਵ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਦਾਸ ਹਨ, ਭਾਵ ਸੇਵਕ ਹਨ। ਤਿਨ ਹੋਵਤ ਆਤਮ ਪਰਗਾਸ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਉਹਨਾਂ ਭਗਤਾਂ ਨੂੰ ਆਤਮਾ ਦੇ ਵਿੱਚ ਪ੍ਰਭੂ ਪਰਮੇਸ਼ਰ ਕਾਲ ਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ। ਕਈ ਕੋਟ ਤਤ ਕੇ ਬੇਤੇ। ਕਰੋੜਾਂ ਹੀ ਜੀਵ, ਤਤ ਦਾ ਅਰਥ ਭਾਵ ਕਿ ਸਤਿਗੁਰੂ ਕਹਿੰਦੇ ਨੇ ਤਤ ਦਾ ਅਰਥ ਸਿਧਾਂਤ, ਅਸੀਲੀਅਤ, ਤੇ ਬੇਤੇ ਦਾ ਅਰਥ ਹੈ ਜਾਣਨ ਵਾਲੇ। ਤੇ ਪ੍ਰਭੂ ਪਰਮੇਸ਼ਰ ਕਾਲ ਪੁਰਖ ਨੂੰ ਕਰੋੜਾਂ ਹੀ ਜੀਵ ਜਗਤ ਦੇ ਅਸਲੇ ਅਕਾਲ ਪੁਰਖ ਦੇ ਮਹਿਰਮ ਹਨ, ਜੋ ਸਦਾ ਹੀ ਸਤਿਗੁਰ ਕਹਿੰਦੇ ਹਨ ਕਿ ਉਸ ਸਿਧਾਂਤ ਨੂੰ ਜਾਣਨ ਵਾਲੇ ਹਨ। ਸਦਾ ਨਿਖਾਰਹਿ ਏਕੋ ਨੇਤਰੇ। ਤੇ ਜੋ ਸਦਾ ਹੀ ਇੱਕ ਪ੍ਰਭੂ ਨੂੰ ਇੱਕ ਅੱਖਾਂ ਦੇ ਨਾਲ ਹਰ ਥਾਂ ਹੀ ਵਿਆਪਕ ਭਾਵ ਵੀ ਸਰਬ ਵਿਆਪਕ ਨਿਹਾਰੇ ਵੀ ਵੇਖਦੇ ਹਨ। ਕਈ ਕੋਟ ਨਾਮ ਰਸ ਪੀਵਹਿ। ਕਰੋੜਾਂ ਹੀ ਜੀਵ ਉਸ ਪ੍ਰਭੂ ਪਰਮੇਸ਼ਰ ਕਾਲ ਪੁਰਖ ਦਾ ਨਾਮ ਰਸ ਨੂੰ ਪੀਣਾ ਕਰ ਰਹੇ ਹਨ, ਭਾਵ ਕਿ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਦੇ ਹਨ। ਕਈ ਪ੍ਰਾਣੀ ਇਸੇ ਤਰ੍ਹਾਂ ਮੂਲ ਮੰਤਰ ਜਪਜੀ ਸਾਹਿਬ ਦੇ ਜਾਪ,
ਕਈ ਐਸੇ ਪ੍ਰਾਣੀ ਹਨ ਸ੍ਰੀ ਸੁਖਮਨੀ ਸਾਹਿਬ ਜੀ ਦੇ 5 ਜਾਪ ਕਰ ਲੈਂਦੇ ਨੇ। ਸੋ ਸਤਿਗੁਰ ਕਿਰਪਾ ਕਰ ਦੇਣਗੇ। ਐਸੇ ਉਹ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਐਸੇ ਵੀ ਜੀਵ ਹਨ, ਕਰੋੜਾਂ ਹੀ ਨਾਮ ਰਸ ਪੀਵੇ ਉਸ ਪਰਮੇਸ਼ਰ ਕਾਲ ਪੁਰਖ ਦੇ ਨਾਮ ਬਾਣੀ ਨੂੰ ਪੜ੍ਹ ਕੇ, ਨਾਮ ਨੂੰ ਜਪ ਕੇ ਉਸ ਦਾ ਨਾਮ ਰਸ ਪੀ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਨਾਮ ਦਾ ਰਸ ਪੀਣਾ ਕਰ ਰਹੇ ਹਨ। ਅਮਰ ਭਏ ਸਦ ਸਦ ਹੀ ਜੀਵ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਅਮਰ ਭਏ, ਭਾਵ ਕਿ ਉਹ ਮਰਨ ਜਨਮ ਦੇ ਗੇੜ ਤੋਂ ਜਨਮ ਮਰਨ ਦੇ ਗੇੜ ਤੋਂ ਰਹਿਤ ਹੋ ਗਏ, ਸਦਾ ਹੀ ਜਿਉਂਦੇ ਹਨ। ਸਦਾ ਹੀ ਉਹ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਨਾਮ ਦੇ ਵਿੱਚ ਜੀ ਰਹੇ ਹਨ। ਕਈ ਕੋਟ ਨਾਮ ਗੁਣ ਗਾਵਹੇ, ਕਰੋੜਾ ਹੀ ਮਨੁੱਖ ਪ੍ਰਭੂ ਦੇ ਨਾਮ ਗੁਣ ਗਾ ਰਹੇ ਹਨ, ਭਾਵ ਕਿ ਉਸ ਦੀਆਂ ਵਡਿਆਈਆਂ ਉਚਾਰਨ ਕਰ ਰਹੇ ਹਨ, ਉਸ ਦੀਆਂ ਵਡਿਆਈਆਂ ਨੂੰ ਗਾ ਰਹੇ ਨੇ। ਕਈ ਢਾਡੀ ਕਵੀਸ਼ਰ ਆਪਣੀ ਕਲਮ ਦੇ ਨਾਲ ਕਵਿਤਾਵਾਂ ਲਿਖ ਕੇ ਉਸ ਦੀਆਂ ਵਡਿਆਈਆਂ ਕਰ ਰਹੇ ਹਨ। ਇਸੇ ਤਰ੍ਹਾਂ ਹੀ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਰਾਗਾਂ ਦੇ ਵਿੱਚ ਗਾਉਣਾ ਕਰਦੇ ਹਨ। ਇਸੇ ਤਰ੍ਹਾਂ ਸਤਿਗੁਰੂ ਦੇ ਐਸੇ ਵੀ ਕਈ ਕਰੋੜਾਂ ਹੀ ਜੀਵ ਹਨ ਜਿਹੜੇ ਉਸ ਪਰਮੇਸ਼ਰ ਕਾਲ ਪੁਰਖ ਦੇ ਨਾਮ ਨੂੰ, ਉਹਨਾਂ ਦੇ ਗੁਣਾਂ ਨੂੰ ਗਾ ਰਹੇ ਹਨ। ਆਤਮ ਰਸ ਸੁਖ ਸਹਿਜ ਸਮਾਵਹੇ, ਉਹ ਆਤਮ ਆਨੰਦ ਵਿੱਚ, ਸੁਖ ਵਿੱਚ, ਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਜਿਹੜੇ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਨਾਮ ਨੂੰ ਗਾਉਂਦੇ ਹਨ, ਉਹਦੇ ਗੁਣਾਂ ਨੂੰ ਵਰਣਨ ਕਰਦੇ ਹਨ। ਸਤਿਗੁਰ ਕਹਿੰਦੇ ਉਹ ਭਾਵ ਅਡੋਲ ਸਤਾ ਵਿੱਚ ਟਿਕੇ ਰਹਿੰਦੇ ਹਨ। ਆਪਣੇ ਜਨ ਕਉ ਸਾਸ ਸਾਸ ਸਮਾਰੇ, ਪ੍ਰਭੂ ਫਿਰ ਆਪਣੇ ਭਗਤਾਂ ਨੂੰ ਦਮ ਬਦਮ ਸਮਾਰੇ ਦਾ ਅਰਥ ਭਾਵ ਕਿ ਸੰਭਾਲਦਾ ਹੈ। ਕੋਈ ਔਖੀ ਘੜੀ ਆ ਜਾਵੇ, ਕੋਈ ਵਿਪਤਾ ਆ ਜਾਵੇ, ਕੋਈ ਔਕੜਾ ਆ ਜਾਵੇ, ਕੋਈ ਰਾਹ ਪੈਂਡ ਦੇ ਵਿੱਚ ਕੋਈ ਕੰਡੇ ਖਿਲਾਰਦਾ ਹੋਏ, ਸਤਿਗੁਰ ਕਿਰਪਾ ਕਰਦੇ ਜਿਹੜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਗੁਣ ਗਾਉਂਦੇ ਹਨ, ਜਿਹੜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਰਸ ਨੂੰ ਪੀਣਾ ਕਰਦੇ ਹਨ, ਜਿਹੜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਤਾਤ ਕੇ ਬੇਟੇ ਆ, ਭਾਵ ਪ੍ਰਭੂ ਪਰ ਬ੍ਰਹਮ ਦੇ ਦਾਸ ਹਨ। ਸਤਿਗੁਰ ਕਹਿੰਦੇ ਹਨ ਅਖੀਰਲੀਆਂ ਪੰਕਤੀਆਂ ਵਿੱਚ ਆਪਣੇ ਜਨ ਕੋ ਸਾਸ ਸਾਸ ਮਾਰੀ, ਐਸੇ ਜਿਹੜੇ ਨਾਮ ਰਤੇ ਉਹ ਪ੍ਰਭੂ ਪਰਮੇਸ਼ਰ ਦੇ ਅਕਾਲ ਪੁਰਖ ਦੇ ਸੇਵਕ ਹਨ, ਜਿਹੜੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਸਤਿਗੁਰਾਂ ਦੇ ਸਾਸ ਸਾਸ ਸਮਾਰੇ, ਭਾਵ ਸਮਾਰੇ ਦਾ ਅਰਥ ਕਿ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਆਪਣੇ ਜਨ ਕੋ, ਆਪਣੇ ਭਗਤ ਨੂੰ, ਆਪਣੇ ਸੇਵਕ ਦੀ ਉਹ ਸਾਸ ਸਾਸ ਉਹਦੀ ਰੱਖਿਆ ਕਰਦਾ ਹੈ, ਕਿਤੇ ਕੋਈ ਔਖੀ ਘੜੀ ਨਹੀਂ ਦਿਖਣ ਦਿੰਦਾ। ਜਿਵੇਂ ਸਤਿਗੁਰ ਫਰਮਾਉਂਦੇ ਹਨ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ ਖਾਤ ਦੇ ਰਾਖੇ ਆਪਣੇ ਕਾਉ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਸਤਿਗੁਰੂ ਕਹਿੰਦੇ ਧੰਨ ਆ ਸਾਡਾ ਮਿੱਤਰਾਂ ਵਾਂਗ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ, ਸਦਾ ਹੀ ਸਾਡੇ ਸਹਾਈ ਰਹਿੰਦਾ। ਪਰ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ, ਅਸੀਂ ਸੇਵਾ ਨਹੀਂ ਕਰਦੇ, ਅਸੀਂ ਦੁਨਿਆਵੀ ਪਦਾਰਥਾਂ ਦੇ ਵੱਲ ਮੋਹ ਕਰਕੇ ਅਸੀਂ ਜਦੋਂ ਵਿਛੜਦੇ ਹਾਂ, ਫਿਰ ਸਤਿਗੁਰੂ ਕਹਿੰਦੇ ਨੇ ਜਿਹੇ ਜਾਏ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ ਇਨ ਕੀ ਪ੍ਰੀਤ। ਜਦੋਂ ਇਹ ਵਿਪਰਨ ਕੀ ਰੀਤ ਜਾਵੇਗਾ, ਪਾਪੀ ਜੈ ਤਨ ਬਾਣੀ ਵਿਸਰ ਜਾਵੇ, ਜਾਂ ਪੱਕਾ ਰੋਗੀ ਬਲਲਾਈ। ਜਦੋਂ ਪ੍ਰਭੂ ਪਰਮੇਸ਼ਰ ਕਾਲ ਪੁਰਖ ਤੋਂ ਨਾਮ ਤੋਂ ਵਿਸਰੇਗਾ, ਜਦੋਂ ਪ੍ਰਭੂ ਪਰਮੇਸ਼ਰ ਕਾਲ ਪੁਰਖ ਤੋਂ ਦੂਰ ਹੋਵੇਗਾ, ਫਿਰ ਪ੍ਰਭੂ ਪਰਮੇਸ਼ਰ ਕਾਲ ਪੁਰਖ ਵੀ ਧਿਆਨ ਨਹੀਂ ਦਿੰਦਾ। ਇਸ ਤਰ੍ਹਾਂ ਸਤਿਗੁਰ ਕਿਰਪਾ ਕਰਨੇ ਜਿਹੜੇ ਉਸਦੇ ਜਨ ਨੇ, ਭਗਤ ਨੇ, ਸੇਵਕ ਹਨ, ਜਿਹੜੇ ਉਸਦੇ ਨਾਮ ਗੁਣ ਨੂੰ ਗਾਉਂਦੇ ਹਨ, ਭਾਵ ਉਸ ਨਾਮ ਰਾਸ ਨੂੰ ਪੀਣਾ ਕਰਦੇ ਹਨ। ਸਤਿਗੁਰ ਕਹਿੰਦੇ ਸਾਸ ਸਾਸ ਮਾਰੇ, ਆਪਣੇ ਜਨ ਕੋ ਸਾਸ ਸਾਸ ਮਾਰੇ। ਤੇ ਪ੍ਰਭੂ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਜੀਓ ਆਪਣੇ ਜਨ ਨੂੰ, ਆਪਣੇ ਭਗਤ ਨੂੰ ਸਾਸ ਸਾਸ ਸੰਭਾਲਦਾ ਹੈ, ਭਾਵ ਰੱਖਿਆ ਕਰਦਾ ਹੈ। ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰ ਕਥਨ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਜਨ ਨੇ, ਭਗਤ ਨੇ, ਸੇਵਕ ਨੇ, ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਪਿਆਰੇ ਨੇ। ਤੇ ਸਤਿਗੁਰ ਅਕਾਲ ਪੁਰਖ ਇੰਨਾ ਪਿਆਰ ਕਰਦਾ ਆਪਣੇ ਸੇਵਕਾਂ ਨੂੰ, ਜਿਹੜੇ ਉਸ ਦੇ ਨਾਮ ਰਸ ਨੂੰ ਪੀਣਾ ਕਰਦੇ ਨੇ, ਜਿਹੜੇ ਉਸ ਦੇ ਗੁਣ ਗਾਉਂਦੇ ਹਨ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ। 10ਵੀਂ ਅਸ਼ਟਪਦੀ ਦੀ ਸੰਪੂਰਨ ਕਥਾ ਵਿਚਾਰ ਆਪ ਜੀ ਨੇ ਸਰਵਣ ਕੀਤੀ ਆ। ਸਤਿਗੁਰਾਂ ਦੀ ਮਹਾਨ ਕਿਰਪਾ ਹੈ, ਸ੍ਰੀ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਆਪ ਸਰਵਣ ਕਰ ਰਹੇ ਹੋ। 10 ਅਸ਼ਟਪਦੀਆਂ ਦੀ ਸੰਪੂਰਨ ਕਥਾ ਸਰਵਣ ਕੀਤੀ ਆ। ਕੱਲ ਇਸੇ ਤਰ੍ਹਾਂ ਹੀ 11ਵੀਂ ਅਸ਼ਟਪਦੀ ਸ਼ੁਰੂ ਹੋਵੇਗੀ, ਉਸ ਦੀ ਕਥਾ ਵਿਚਾਰ ਹੋਵੇਗੀ। ਇਸੇ ਤਰ੍ਹਾਂ ਹੀ ਸ਼ਲੋਕ 1 ਪੌੜੀ ਲੜੀਵਾਰ ਦੀ ਕਥਾ ਵਿਚਾਰ ਆਪ ਜੀ ਨੇ ਸਰਵਣ ਕਰੀ ਜਾਣੀ ਹੈ ਤੇ ਸੰਪੂਰਨ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ,
ਆਪ ਸਾਧ ਸੰਗਤ ਜੀਓ ਗੁਰੂ ਸਾਹਿਬ ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।